गुरु प्यारी साध संगत जी, वाहेगुरु जी का खालसा, वाहेगुरु जी की फतेह। गुरु प्यारिओ, गुरु गोबिंद सिंह महाराज जी दे मामा जी बाबा बीरम दास जी नूं कलगीधर दशमेश पिता जी ने श्री हजूर साहब गोदावरी दे कंढे ते अपने दर्शन बख्शे ते बाबा बीरम दास जी दशमेश पिता जी तो बख्शीसां लैके अपनियां झोलियां भर के पंजाब आउण दी तैयारी कीती। बाबा बीरम दास जी ने दशमेश पिता जी नूं कहा, हे दशमेश पिता जी, बख्शीसां दे दाते, आप जी अकाल पुरख दे सपुत्र हो जी ਅਤੇ ਸੰਸਾਰ ਦਾ ਉਦਾਰ ਕਰਨ ਵਾਸਤੇ ਆਏ ਹੋ। ਜੋ ਦਾਸ ਨੂੰ ਬਖਸ਼ੀਸਾਂ ਬਖਸ਼ੀਆਂ ਹਨ, हे ਗੁਰੂ ਜੀ, ਤੁਹਾਡਾ ਹੁਕਮਨਾਮਾ ਸੁਣ ਕੇ, ਤੁਹਾਡੇ ਦਰਸ਼ਨ ਕਰਕੇ ਮੇਰੇ ਸਾਰੇ ਖਿਆਲ ਬਦਲ ਗਏ ਹਨ। ਹੁਣ ਮੇਰੇ ਸਾਂਸਾਰਿਕ ਖਿਆਲ ਨਹੀਂ ਰਹੇ। ਹੁਣ ਤਾਂ ਮੈਨੂੰ ਆਪ ਜੀ ਦਾ ਅਤੇ ਪਰਮਾਤਮਾ ਦਾ ਸਰੂਪ ਹੀ ਨਜ਼ਰ ਆ ਰਿਹਾ ਹੈ। ਆਪ ਜੀ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਸਭ ਤੋਂ ਵੱਡੇ ਗੁਰੂ ਹੋ। ਗੁਰੂ ਪਿਆਰਿਓ, ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਛਣ ਦੀ ਝਲਕ ਵਿੱਚ ਇਸ ਫਕੀਰ ਉੱਤੇ ਅੰਮ੍ਰਿਤ ਦ੍ਰਿਸ਼ਟੀ ਕਰਕੇ ਇਹਨਾਂ ਦੀ ਦੇਹੀ ਪਲਟਾ ਦਿੱਤੀ। ਜੀਵ ਗਤੀ ਤੋਂ ਈਸ਼ਵਰ ਕੋਟੀ ਨਿਤ ਅਵਤਾਰ ਅੱਗੇ ਦਾਤਾਂ ਵਰਤਾਉਣ ਵਾਲਾ ਬਣਾ ਦਿੱਤਾ। ਵਰ ਦੇ ਕੇ ਨਿਹਾਲ ਕਰ ਦਿੱਤਾ। ਪਰ ਫਿਰ ਵੀ ਗੋਦਾਵਰੀ ਦੇ ਕਿਨਾਰੇ ਤੋਂ ਦਸ਼ਮੇਸ਼ ਪਿਤਾ ਜੀ ਦੇ ਮਿਲਾਪ ਵਾਲੀ ਭੂਮੀ ਵਿੱਚੋਂ ਮਹਾਰਾਸ਼ਟਰ ਨਾਂਦੇੜ ਦੀ ਜੋ ਭੂਮੀ ਹੈ, ਪਿੱਛੇ ਪੰਜਾਬ ਵੱਲ ਮੁੜਨ ਦਾ ਹੌਸਲਾ ਨਹੀਂ ਬਣਦਾ ਸੀ। ਇਤਨਾ ਪਿਆਰ ਗੁਰੂ ਨਾਲ ਹੈ, ਪਿੱਛੇ ਚੱਲਣ ਨੂੰ ਦਿਲ ਨਹੀਂ ਕਰਦਾ। ਬਿਰਮਦਾਸ ਜੀ ਕਹਿੰਦੇ ਹਨ ਕਿ ਮਨ ਕਰਦਾ ਹੈ ਇੱਥੇ ਹੀ ਖੜਾਂ ਉਸ ਜੋਤ ਦੇ ਦਰਸ਼ਨ ਕਰੀ ਜਾਵਾਂ। हे ਗੁਰੂ ਮਹਾਰਾਜ ਜੀ, ਹੁਣ ਮੈਂ ਪਿਛਾਂ ਕਿਵੇਂ ਮੁੜਾਂ ਤੇ ਕੀ ਕਰਾਂ। ਇਤਨਾ ਪਤਾ ਹੈ ਜੋ ਹੁਕਮ ਹੈ, ਪਰ ਕੁਝ ਨਾ ਸੁਝੇ ਕੁਝ ਨਾ ਬੁੱਝੇ ਵਾਲੀ ਗੱਲ ਬਣ ਗਈ ਹੈ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਇਸ ਤਰ੍ਹਾਂ ਸੋਚ ਵਿਚਾਰ ਕਰਕੇ ਬਾਬਾ ਬੀਰਮ ਦਾਸ ਜੀ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਸਬਰ ਨਾਲ ਵਚਨ ਸੰਭਾਲ ਕੇ ਰੱਖਣ ਦੀ ਸ਼ਕਤੀ ਬਖਸ਼ਣ ਦੀ ਬੇਨਤੀ ਕੀਤੀ। ਫਿਰ ਬਾਬਾ ਜੀ ਨੇ ਨਾਂਦੇੜ ਦੀ ਧਰਤੀ ਤੋਂ ਵਾਪਸ ਚੱਲਣ ਦੀ ਤਿਆਰੀ ਕਰਦੇ ਹਨ। ਜੋ ਗੁਰੂ ਮਹਾਰਾਜ ਜੀ ਦਾ ਹੁਕਮ ਸੀ, ਉਸ ਨੂੰ ਪ੍ਰਮੰਨਣ ਕਰਕੇ ਵਾਪਸ ਪਰਤਣਾ ਕੀਤਾ। ਵਿਛੋੜੇ ਦੀ ਨਦੀ ਵਿੱਚ ਵਹਿੰਦੇ ਹੋਏ ਬਾਬਾ ਜੀ ਵਾਪਸ ਪੰਜਾਬ ਆ ਗਏ। ਵਿੰਜਲ ਡੇਰੇ ਵਿੱਚ ਜੋ ਗੱਦੀ ਤੇ ਦੂਣਾ ਸਾਹਿਬ ਹੈ, ਉਹ ਕਸ਼ਮੀਰ ਤੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਧੂਣੇ ਦੀ ਬਖਸ਼ੀਸ਼ ਨਾਲ ਚੱਲ ਰਿਹਾ ਹੈ। ਬਾਬਾ ਬੀਰਮ ਦਾਸ ਜੀ ਨੂੰ ਸ੍ਰੀ ਸੁਖਮਣੀ ਸਾਹਿਬ ਜੀ ਦਾ ਪੂਰਾ ਪਾਠ ਕੰਠ ਸੀ, ਜੋ ਦਿਨ ਰਾਤ ਆਪਣੇ ਸਵਾਸ ਨਾਲ ਕਰਦੇ ਰਹਿੰਦੇ ਸਨ। ਬਾਬਾ ਜੀ ਦੇ ਰੋਮ ਰੋਮ ਵਿੱਚੋਂ ਗੁਰਬਾਣੀ ਦੀ ਆਵਾਜ਼ ਆਉਂਦੀ ਸੀ। ਇੱਕ ਦਿਨ ਗੁਰਦੇਵ ਗੋਕਲ ਦਾਸ ਜੀ ਨੇ ਬਾਬਾ ਬੀਰਮ ਦਾਸ ਜੀ ਨੂੰ ਕਿਹਾ ਕਿ ਤੁਸੀਂ ਡੇਰੇ ਦੀਆਂ ਗਊਆਂ ਚਰਾ ਕੇ ਲਿਆਇਆ ਕਰੋ। ਬਾਬਾ ਬੀਰਮ ਦਾਸ ਜੀ ਨੇ ਗੁਰਦੇਵ ਦੇ ਵਚਨ ਦਾ ਪਾਲਨ ਪੂਰਾ ਕੀਤਾ ਅਤੇ ਉਹਨਾਂ ਦਾ ਵਚਨ ਮੰਨ ਕੇ 12 ਸਾਲ ਗਊਆਂ ਦੇ ਚਾਰਨ ਵਿੱਚ ਲੱਗੇ ਰਹੇ। ਇੱਕ ਦਿਨ ਬਾਬਾ ਬੀਰਮ ਦਾਸ ਜੀ ਸਮਾਧੀ ਲਗਾ ਕੇ ਬੈਠ ਗਏ। ਗਊਆਂ ਨੇ ਸਾਰਾ ਹਰਾ ਭਰਾ ਖੇਤ ਉਜਾੜ ਦਿੱਤਾ। ਕੁਝ ਦੇਰ ਬਾਅਦ ਖੇਤ ਦਾ ਰਖਵਾਲਾ ਕਿਸਾਨ ਆਇਆ। ਖੇਤੀ ਦੇਖ ਕੇ ਬਹੁਤ ਗੁੱਸੇ ਵਿੱਚ ਹੋਇਆ ਤੇ ਬਾਬਾ ਜੀ ਨੂੰ ਬੁਰਾ ਭਲਾ ਕਹਿਣ ਲੱਗਾ। ਗੁੱਸੇ ਵਿੱਚ ਕਹਿਣ ਤੇ ਬਾਬਾ ਜੀ ਦੀ ਸਮਾਧੀ ਖੁੱਲ੍ਹ ਗਈ। ਸਮਾਧੀ ਖੁੱਲ੍ਹਣ ਤੋਂ ਬਾਅਦ ਉਹ ਕਿਸਾਨ ਬਾਬਾ ਜੀ ਨੂੰ ਬੁਰਾ ਭਲਾ ਕਹਿੰਦਾ ਰਿਹਾ ਤੇ ਬਾਬਾ ਜੀ ਦੇ ਡੇਰੇ ਤੇ ਆ ਕੇ ਗੁਰੂ ਗੋਕਲ ਦਾਸ ਨੂੰ ਉਲਾਮਾ ਦਿੱਤਾ। ਗੁਰਦੇਵ ਨੇ ਆਪਣੇ ਵਚਨਾਂ ਨਾਲ ਕਿਸਾਨ ਨੂੰ ਤਸੱਲੀ ਦਿੱਤੀ। ਕੁਝ ਸਮੇਂ ਬਾਅਦ ਬਾਬਾ ਬੀਰਮ ਦਾਸ ਜੀ ਡੇਰੇ ਵਿੱਚ ਵਾਪਸ ਆ ਗਏ। ਤਦ ਗੁਰਦੇਵ ਜੀ ਨੇ ਪੁੱਛਿਆ, ਆਪਨੇ ਕਿਸਾਨ ਦਾ ਖੇਤ ਕਿਉਂ ਉਜਾੜ ਦਿੱਤਾ ਹੈ? ਗਊਆਂ ਨੂੰ ਸੰਭਾਲਿਆ ਕਿਉਂ ਨਹੀਂ? ਤਾਂ ਬਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਜੀ,
चलो मेरे नाल देखो। गुरदेव जी ने किसान नूं कहा कि तुसीं नगर विच जाके पंचायत अते लंबरदार नूं बुला के लियाओ ते असीं भी खेत विच आ रहे हाँ। गुरु प्यारिओ, किसान नगर विच जाके पंचायत ले आया और गुरदेव ने बाबा जी नूं अपने नाल लिया ते खेत विच पहुँच गए। बाबा बीरमदास जी ने पहुँच के किसान नूं कहा, दसो खेती कित्थे उजाड़ी है, किहड़ा खेत उजाड़िया है। जदों सारिਆਂ ने देखा कि फसल अगे नालों भी चंगी खड़ी सी, किसान अते पंचायती लोग हक्के बक्के रह गए। किसान झूठा पै गया, संतां दी लाज गुरुआं ने रख लई। लोकां ने बाबा बीरमदास जी दा ਇਹ ਕੋਤਕ ਵੇਖ के बाबा जी नूं अद्भुत शक्तियां वाला सिद्ध पुरुष मन्निया। गुरदेव ने जान लिया कि साडा चेला सिद्ध पुरुषां विचों सिद्धि शक्ति नूं प्राप्त हो गया है। दूजी वार गुरदेव ने बाबा जी नूं गऊआं दी सेवा तो मुक्त करके वचन कीता कि तुसीं कोई होर सेवा करो। दोवें हथ जोड़ के बाबा जी ने गुरदेव दे अगे बेनती कीती, जिस तरह आप जी दी आग्या होवे मैनू स्वीकार है। गुरदेव जी ने वचन किया कि जंगल विच जाके धोने वास्ते लकड़ियाँ कट्ठियाँ करके लै आओ। बाबा जी ने 12 साल धोने की सेवा की। गुरु प्यारिओ, एक दिन ऐसा कौतक वरत्या कि जो लकड़ियाँ दा भार है वह बाबा जी दे शीश तो 1.25 हाथ उच्चा है। बिना हाथ लगाए बाबा जी चलते आ रहे हैं। जद बाबा जी डेरे दे नेड़े आए तां डेरे दे साधुआं ते गुरु लोकां ने वेख्या ते ओह देख के बड़े हैरान होए। गुरदेव जी ने वचन किया, बीरमदास जी तुसीं तां पूर्ण सिद्ध पुरुष हो चुके हो अते ਇਹ सेवा भी छड़ दिओ, कुछ होर काम करो। हुण मैं तुहानूं कोई होर सेवा नहीं दसांगा। आप जी सर्व प्रकार पूर्ण हो चुके हो। गुरदेव जी ते यह वचन सुन के बाबा बीरमदास जी बहुत उदास होए ते जंगल विच जाके समाधि ला लई। 12 साल समाधि विच स्थिर रहे। 12 सालां विच बाबा जी दे आले दुआले बिरमी लग गई। 12 सालां बाद गुरु गोकलदास जी ने जाके कुछ संगत ते साधु भी नाल ही सन ते जाके बाबा जी नूं बिरमी तो बाहर कढ़िया ਅਤੇ वचन किया कि है सिद्ध लोक, तू बहुत शक्तियां रिधियां सीधियां की कमाई का मालक हो गया है। मैं तेरे कोलों कुछ सेवा नहीं करवा सकता। तुहाडा जिधर ही दिल करता है तुसीं कल्ले ही विचरण करो। गुरु प्यारिओ, इस तरह बाबा जी नूं कल्लियां रहंदियां एक दिन आकाशी बाणी हुई कि तुसीं दक्षिण देश नूं जाना है। बाबा आला राय जी नूं धूणे ते बिठा के कहा कि असीं तुहाडे राज दी राखी करांगे। तुसीं कुछ समा बैठ के तप करके छेती ही राज करोगे। सो यह वचन संतां दा पूरा होया। जितना चिर बाबा जी बीरमदास जी मात लोक विच रहे उतना चिर राज कायम रहा। बाबा जी जदों सचखंड समाधि ला गए तां राज भी पटियाले दा जांदा रहा। आला राय जी ने संतां तो वचन पाया सी कि कोई भी राजा होवे उस नूं 3 घंटे धूणे ते तप करना पवेगा। सच्चा वचन संतां दा सच दिखा गया। जितना चिर तख्त ते बैठे राजियां ने तप किया उतना चिर उन्हां दा राज कायम रहा। महाराजा यादविंदर सिंह राज दे तख्त ते बैठा पर तप ना कीता। धूणे दी सेवा छड़ गया। फिर उसका राज भी जांदा रहा। बाबा बीरमदास जी आला राय नूं धूणा बख्श के आप राज दियां हदां विच विचरदे रहे। 12 साल एक ब्राह्मणी दे चुबारे विच अपना आसन रखिया। गुरु प्यारिओ, एक दिन बाबा बीरमदास जी तुरे आ रहे सन। उन्हां दे झुंड विच गऊ दी एक ਵੱਛੀ मरी पई सी। बाबा बीरमदास जी ਉਹਦੇ ਕੋਲ बैठ गए ते एक हथ उसदे शीश ते फिर के कहा, तू क्यों मर गई है?
उठो जागो ते चुगना करो, उठ के अपनी माँ तो दुध पियो। बाबा जी का वचन पूरा होया। बछड़ी ने अपने कंन हिलाए, उठ के अपनी माँ का दुध चुंगिया ते पट्ठे खाधे। यह कौतक लोगों ने देखा तो पहला कहन यह संत नहीं है, मरे बछड़े नूं हथ लाए हैं। ते जद बछड़ी नूं हथ लाया तां ओह जिउंदी हो गई तां बड़े हैरान होए ते बाबा जी नूं कहण लगे कि यह संत तां रब वर्गे हैं ते बाबा जी नूं रब समझ के मनण लगे। बाबा बिरमदास जी गुप्त रहना चाहुंदे सन ते कहा कि साडी उपमा ना करो। जिस माई दे चुबारे बाबा जी रहंदे सन ਉਹ ਬ੍ਰਾਹਮਣੀ ਸੀ। ਇੱਕ ਦਿਨ ਉਸਨੇ ਕਿਹਾ, ਬਾਬਾ ਜੀ ਮੈਨੂੰ ਹੁਣੇ ਹੀ ਤੁਸੀਂ ਪਿਆਜ਼ ਲਿਆ ਕੇ ਦਿਓ। ਬਾਬਾ ਜੀ ਇੱਕ ਕਿਸਾਨ ਦੇ ਖੂਹ 'ਤੇ ਗਏ ਤੇ ਹਰੇ ਪਿਆਜ਼ ਕੁੱਟ ਕੇ ਟੋਕਰਾ ਭਰ ਕੇ ਲਿਆਏ। ਕੰਮ ਤਾਂ ਉਲਾਮੇ ਦਾ ਸੀ ਤੇ ਲੋਕੀ ਕਹਿਣ ਬਾਬਾ ਜੀ ਨੇ ਚੋਰੀ ਨਾਲ ਗੰਢੇ ਪੁੱਟੇ ਹਨ। ਇਹ ਬ੍ਰਾਹਮਣ ਤੇ ਬ੍ਰਾਹਮਣੀ ਵੈਸ਼ਣੋ ਹਨ, ਇਹ ਤੇ ਪਿਆਜ਼ ਨਹੀਂ ਛਕਦੇ। ਕਿਸਾਨ ਪੰਚਾਇਤੀਆਂ ਸਮੇਤ ਬਾਬਾ ਜੀ ਨੂੰ ਉਲਾਮਾ ਦੇਣ ਆਇਆ। ਜਦੋਂ ਉਲਾਮੇ ਦੀ ਗੱਲ ਬਾਬਾ ਜੀ ਨੇ ਸੁਣੀ ਤੇ ਕਿਹਾ, ਚੱਲ ਕੇ ਮੌਕਾ ਦੇਖੋ ਕਿੱਥੋਂ ਗੰਢੇ ਪੁੱਟੇ ਹਨ। ਪੰਚਾਇਤ ਸਮੇਤ ਜਦੋਂ ਖੂਹ 'ਤੇ ਜਾ ਕੇ ਦੇਖਾ ਤਾਂ ਇੱਕ ਵੀ ਗੰਢਾ ਪੁੱਟਣ ਦੀ ਥਾਂ ਨਜ਼ਰ ਨਹੀਂ ਆਈ। ਤਦ ਉਹ ਬਾਬਾ ਜੀ ਦੇ ਚਰਨਾਂ 'ਤੇ ਡਿੱਗੇ ਤੇ ਬਾਬਾ ਜੀ ਨੂੰ ਧੰਨ ਧੰਨ ਕਹਿਣ ਲੱਗੇ। ਬਾਬਾ ਜੀ ਦੀ ਉਪਮਾ ਨਗਰ ਵਿੱਚ ਬਹੁਤ ਹੋ ਗਈ, ਪਰ ਬਾਬਾ ਬਿਰਮਦਾਸ ਜੀ ਪ੍ਰਗਟ ਨਹੀਂ ਹੋਣਾ ਚਾਹੁੰਦੇ ਸਨ। ਚੁਬਾਰੇ ਵਿੱਚ ਆਸਣ ਲਗਾ ਲਿਆ, ਅੰਦਰੋਂ ਕੁੰਡਾ ਲਗਾ ਕੇ ਬਾਬਾ ਜੀ 8 ਦਿਨ ਬਾਹਰ ਨਾ ਨਿਕਲੇ ਤਾਂ ਨਗਰ ਦੇ ਪੰਚਾਇਤੀ ਲੋਕਾਂ ਨੇ ਬੂਹਾ ਭੰਨ ਕੇ ਬਾਬਾ ਜੀ ਦੀ ਸਮਾਧੀ ਖੁਲਵਾਈ। ਗੁਰੂ ਪਿਆਰਿਓ, ਇੱਥੋਂ ਬਾਬਾ ਜੀ ਚੱਲ ਕੇ ਗੱਜੋ ਮਾਜਰੇ 12 ਸਾਲ ਬਾਅਦ ਕਈ ਖੇਡਾਂ ਦਿਖਾ ਕੇ ਰੋੜੋਵਾਲ ਟੱਕੀ ਘਣੇ ਜੰਗਲ ਵਿੱਚ ਠਹਿਰੇ। ਅਲਫਨਗਨ ਦਿਗੰਬਰ ਦੇ ਸਰੂਪ ਵਿੱਚ ਦਿਨ ਰਾਤ ਸਮਾਧੀ ਵਿੱਚ ਸਥਿਰ ਰਹੇ ਤੇ ਉਹਨਾਂ ਦੇ ਤੇਜ ਪ੍ਰਤਾਪ ਤੇ ਜਸ ਕਸਤੂਰੀ ਵਾਂਗ ਮਹਿਕ ਉੱਠਿਆ। ਉਹਨਾਂ ਦੇ ਤੇਜ ਪ੍ਰਤਾਪ ਨੂੰ ਦੇਖ ਕੇ ਜਿਵੇਂ ਰਾਜੇ ਆਉਂਦੇ ਸੀ, ਉਸੇ ਤਰ੍ਹਾਂ ਜੋਗੀ ਜੋਗ ਕਮਾਉਣ ਵਾਲੇ, ਜੱਦੀ ਚਾਹ ਰੱਖਣ ਵਾਲੇ, ਇਹ ਸਭ ਉੱਥੇ ਆਉਂਦੇ ਰਹਿੰਦੇ ਸਨ। ਬੇਅੰਤ ਸਾਧੂ, ਮਹਾਨ ਤਪਸਵੀ ਇਹ ਲੋਚ ਰੱਖ ਕੇ ਨੇੜੇ ਰਹਿ ਕੇ ਸਾਡੀ ਤਪੱਸਿਆ ਭਗਤੀ ਸਿਰੇ ਚੜ ਜਾਵੇ। ਜੋ ਸਾਧੂ ਨੋਕ ਕੇ ਤਪ ਕਰਦੇ ਸਨ ਉਹ ਅਣਗਿਣਤ ਹਨ। ਜੋ ਬਾਬਾ ਜੀ ਦੇ ਨੇੜੇ ਤਪੱਸਿਆ ਕਰਦੇ ਸਨ, ਕੁਝ ਦਾ ਨਾਂ ਇਸ ਤਰ੍ਹਾਂ ਹੈ: ਬਾਬਾ ਦੇਵਾਦਾਸ ਜੀ, ਗੁਰਮੁਖਦਾਸ ਜੀ, ਪਰਮਾਨੰਦ ਜੀ, ਧੰਨ ਧੰਨ ਬਾਬਾ ਸੰਤ ਕਿਸ਼ਨਦਾਸ ਜੀ, ਰਿੱਧੀਆਂ ਸਿੱਧੀਆਂ ਦੇ ਮਾਲਕ ਧੰਨ ਧੰਨ ਬਾਬਾ ਪੂਰਨਦਾਸ ਜੀ ਮਹਾਰਾਜ ਅਤੇ ਗੁਰਦੇਵ ਗੋਕਲਦਾਸ ਜੀ। ਧੰਨ ਧੰਨ ਬਾਬਾ ਬਿਰਮਦਾਸ ਜੀ ਮਹਾਰਾਜ, ਜਿਨ੍ਹਾਂ ਨੇ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ। ਇਹਨਾਂ ਸੰਤਾਂ ਦਾ ਨੇੜੇ ਰਹਿਣ ਕਰਕੇ ਬਾਬਾ ਬਿਰਮਦਾਸ ਜੀ ਦੀ ਸੰਗਤ ਅਤੇ ਦਰਸ਼ਨ ਹੁੰਦੇ ਰਹੇ। ਇਸ ਧਰਤੀ ਵਿੱਚ ਬਾਬਾ ਬਿਰਮਦਾਸ ਜੀ ਨੇ 230 ਸਾਲ ਦੇ ਕਰੀਬ ਸਮਾਂ ਬਿਤਾਇਆ। ਰੋੜੇਵਾਲ ਤੇ ਚਨਾਰਥਨ ਦੀ ਸ਼ਮਸ਼ਾਨ ਭੂਮੀ ਵਿੱਚ ਡੇਰਾ ਰੱਖਿਆ। ਫਿਰ ਨਗਰ ਦੇ ਲੋਕਾਂ ਨੇ ਬਾਬਾ ਜੀ ਨੂੰ ਟਿਕਣ ਨਾ ਦਿੱਤਾ। ਤਦੋਂ ਦਾ ਨਗਰ ਬਖਸ਼ੀਸ਼ ਬਾਬਾ ਪੂਰਨਦਾਸ ਜੀ ਦਾ ਜਨਮ ਨਗਰ ਔਰ ਗੁਰਸਥਾਨ ਉਦਾਸੀਨ ਡੇਰਾ ਹੈ। ਇੱਥੇ ਸ਼ਮਸ਼ਾਨ ਭੂਮੀ ਵਿੱਚ ਬਾਬਾ ਜੀ ਬਹੁਤ ਚਿਰ ਠਹਿਰੇ। ਇਸ ਪ੍ਰਕਾਰ ਬਾਬਾ ਜੀ ਨੇ ਕਠਿਨ ਤਪੱਸਿਆ ਕਰਕੇ ਭਗਤੀ ਕੀਤੀ ਤੇ ਕਾਰ ਸੇਵਾ ਦੀ ਰੀਤ ਅੱਗੇ ਚਲਾਈ। ਸੋ ਗੁਰੂ ਪਿਆਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਛਿਮਾ ਬਖਸ਼ਣੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।